ਗੁਰੂ ਸਾਹਿਬ ਜੀਓ ਜੇਠਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਗੌੜੀ ਮਹਿਲਾ ਨੌਵਾਂ। ਸਾਧੂ ਏ ਮਨ ਗਇਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਜਾਂ ਤੇ ਥਿਰ ਨਾ ਰਹਾਈ ਰਹਾਉ, ਕਠਨ ਕ੍ਰੋਧ ਘਟ ਹੀ ਕੇ ਭੀਤਰ। ਜਿਹ ਸੁਧ ਸਭ ਬਿਸਰਾਈ, ਰਤਨ ਗਿਆਨ ਸਭ ਕੋ ਹਿਰ ਲੀਨਾ। ਤਾਂ ਸਿਓ ਕਛ ਨਾ ਬਸਾਈ, ਜੋਗੀ ਜਤਨ ਕਰਤ ਸਭ ਹਾਰੇ। ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰਿ ਭਈ ਦਇਆਲਾ। ਤਉ ਸਭ ਬਿਦ ਬਨ ਆਈ, ਜੋਗੀ ਜਤਨ ਕਰਤ ਸਭ ਹਾਰੇ। ਗੁਣੀ ਰਹੇ ਗੁਣ ਗਾਈ, ਜਨ ਨਾਨਕ ਹਰਿ ਭਈ ਦਇਆਲਾ। ਤਉ ਸਭ ਬਿਦ ਬਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਵਾਲ ਹਰ ਮਨੁੱਖ ਦੀ ਜ਼ੁਬਾਨ ਤੇ ਹੁੰਦਾ ਹੈ, ਮੇਰੇ ਮਨ ਦੀ ਸਥਿਰਤਾ ਨਹੀਂ ਬਣਦੀ, ਮੇਰਾ ਮਨ ਕਦੇ ਟਿਕਦਾ ਨਹੀਂ ਹੈ। ਹਰ ਮਨੁੱਖ ਦਾ ਇਹ ਸਵਾਲ ਹੈ। ਧਰਮ ਦੀ ਦੁਨੀਆ ਵਿੱਚੋਂ ਇਹ ਚਰਚਾ ਬੜੇ ਜ਼ੋਰਾਂ ਤੇ ਹੁੰਦੀ ਹੈ, ਪਰ ਕੋਈ ਇਹ ਨਹੀਂ ਦੱਸਦਾ ਵੀ ਮਨ ਟਿਕਦਾ ਕਿਉਂ ਨਹੀਂ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬੜੀ ਗੰਭੀਰਤਾ ਨਾਲ ਇਸ ਗੱਲ ਦਾ ਜਵਾਬ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ ਬਈ ਇਹ ਸ਼ਬਦ ਜਿਹੜਾ ਹੈ, ਇਹ ਸਮੁੱਚੀ ਮਾਨਵਤਾ ਦੇ ਸਵਾਲ ਦਾ ਜਵਾਬ ਹੈ ਅਸਲ ਵਿੱਚ। ਅਗਲੀ ਗੱਲ ਕਰੀਏ। ਸਤਿਗੁਰੂ ਜੀ ਸਿਆਣਾ ਵੈਦ ਉਹਨੂੰ ਸਮਝਦੇ ਨੇ ਜਿਹਦੇ ਕੋਲ ਦੋ ਤਰ੍ਹਾਂ ਦਾ ਗਿਆਨ ਹੋਵੇ। ਨੰਬਰ 1 ਉਹ ਰੋਗ ਨੂੰ ਪਛਾਣੇ, ਨੰਬਰ 2 ਰੋਗ ਨੂੰ ਦਵਾਈ ਕਿਹੜੀ ਲੱਗਣੀ ਇਹ ਸਮਝੇ। ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸਜਾਣਾ। ਹੁਣ ਉਹ ਇੱਕ ਤਾਂ ਰੋਗ ਨੂੰ ਵੀ ਸਮਝੇ ਵੀ ਰੋਗ ਕੀ ਹੈ, ਮਨ ਭਟਕਦਾ ਕਿਉਂ ਹੈ। ਦੂਜੀ ਗੱਲ ਇਹ ਸਥਿਰ ਹੋ ਕਿਵੇਂ ਸਕਦਾ। ਇਸ ਲਈ ਸਤਿਗੁਰੂ ਨੇ ਦੋਵੇਂ ਪੱਖ ਅੱਜ ਸਾਡੇ ਸਾਹਮਣੇ ਰੱਖੇ ਨੇ। ਬਹੁਤ ਪਿਆਰ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜਾ ਮਨ ਦਾ ਅਸਲ ਸੁਭਾਅ ਹੈ ਉਹ ਭਟਕਣਾ ਨਹੀਂ ਹੈ। ਮਨ ਕਿਸੇ ਕਾਰਨ ਕਰਕੇ ਭਟਕਦਾ ਹੈ, ਅਸਲੀ ਦਾ ਸੁਭਾਅ ਭਟਕਣਾ ਨਹੀਂ ਹੈ। ਕਿਉਂ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਤੇ ਰੱਬ ਦੀ ਜੋਤ ਹੈ, ਉਹਦਾ ਰੱਬ ਦਾ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼। ਰੱਬ ਥੋੜਾ ਭਟਕਦਾ ਹੈ। ਜਿਹਦੀ ਕੋਈ ਚੀਜ਼ ਹੈ, ਦੇਖੋ ਇੱਕ ਬੂੰਦ ਹੈ ਤੇ ਇੱਕ ਸਾਗਰ ਹੈ। ਸਾਗਰ ਦੇ ਜਿਹੜੇ ਗੁਣ ਨੇ ਉਹੀ ਗੁਣ ਬੂੰਦ ਵਿੱਚ ਨੇ, ਉਹੀ ਗੁਣ ਬੂੰਦ ਵਿੱਚ ਨੇ। ਸਾਗਰ ਦਾ ਪਾਣੀ ਜਿਹੜਾ ਕੰਮ ਕਰਦਾ ਉਹੀ ਇੱਕ ਬੂੰਦ ਵੀ ਕਰਦੀ ਹੈ। ਦੋਨੇ ਇੱਕੋ ਨੇ ਨਾ। ਇਸੇ ਤਰ੍ਹਾਂ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਜੀ ਜੋ ਕੁਛ ਹੈ ਤਾਂ ਉਹਦੇ ਵਰਗਾ ਹੀ ਮਨ ਹੈ। ਫਿਰ ਰੱਬ ਤੇ ਭਟਕਦਾ ਨਹੀਂ। ਮਨ ਕਿਉਂ ਭਟਕਦਾ? ਰੱਬ ਤੇ ਟਿਕਾ 'ਚ ਹੈ, ਮਨ ਕਿਉਂ ਭਟਕਦਾ? ਮਨ ਦੇ ਭਟਕਣ ਦੇ ਕਾਰਨ ਸਤਿਗੁਰੂ ਜੀ ਨੇ ਅੱਜ ਸਾਨੂੰ ਬਖਸ਼ਿਸ਼ ਕੀਤੇ ਨੇ। ਆਓ ਨਾਲ ਨਾਲ ਲੈ ਕੇ ਚੱਲੀਏ। ਸਾਧੋ ਗੁਰੂ ਸਾਹਿਬ ਜੀ ਦੀ ਬੋਲੀ ਇੰਨੀ ਮਿੱਠੀ ਹੈ,
ਇੱਕ ਆਮ ਮਨੁੱਖ ਨੂੰ ਵੀ ਗੱਲ ਕਰਦੇ ਨੇ ਤੇ ਬੜਾ ਵਧੀਆ ਨਾਂ ਦਿੰਦੇ ਨੇ। ਇੱਕ ਗੱਲ ਇੱਥੇ ਅੱਜ ਹੋਰ ਪਕੜ ਵਿੱਚ ਰੱਖ ਲਿਓ, ਅਸੀਂ ਕਈ ਵਾਰੀ ਕੁਝ ਸ਼ਬਦ ਨਿਸ਼ਚਿਤ ਕਰ ਦਿੱਤੇ, ਜਿਵੇਂ ਸਾਧ ਸ਼ਬਦ ਹੈ, ਇਹ ਵੀ ਕੁਝ ਲੋਕਾਂ ਲਈ ਨਿਸ਼ਚਿਤ ਕਰ ਦਿੱਤਾ। ਸਾਨੂੰ ਲੱਗਦਾ ਵੀ ਇਵੇਂ ਦਾ ਪਹਿਰਾਵਾ, ਇਵੇਂ ਦੇ ਕੱਪੜੇ ਉਹ ਸਾਧ ਹੈ। ਗੁਰੂ ਜੀ ਇਹ ਸ਼ਬਦ ਜਿਹੜਾ ਨੇ ਨਾ, ਇਸ ਸ਼ਬਦ ਦੀ ਬੰਦਿਸ਼ ਤੋੜ ਰਹੇ ਨੇ ਵੀ ਤੂੰ ਇੱਕ ਲਈ ਨਿਸ਼ਚਿਤ ਨਾ ਕਰ, ਹਰ ਭਲੇ ਪੁਰਖ ਲਈ ਵਰਤਿਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਹਰ ਭਲੇ ਪੁਰਖ ਲਈ ਵਰਤ ਰਹੇ ਹਨ, ਚੰਗੇ ਮਨੁੱਖ ਲਈ ਵਰਤ ਰਹੇ ਹਨ। ਸਾਧੋ ਇਹ ਮਨ ਗਹਿਓ ਨਾ ਜਾਈ, ਗਹਿਓ ਦਾ ਅਰਥ ਹੁੰਦਾ ਪਕੜਨਾ। ਇਹ ਮਨ ਸਾਡੀ ਪਕੜ ਵਿੱਚ ਨਹੀਂ ਆਉਂਦਾ। ਮਨ ਬਹੁਤ ਭਟਕਦਾ ਹੈ। ਸਭ ਤੋਂ ਜ਼ਿਆਦਾ ਸਪੀਡ ਜਿਹੜੀ ਹੈ ਉਹ ਆਪਾਂ ਮੰਨਦੇ ਵੀ ਰੋਸ਼ਨੀ ਦੀ ਹੈ, ਪਰ ਗੁਰਮਤਿ ਮੰਨਦੀ ਹੈ ਵੀ ਰੋਸ਼ਨੀ ਤੋਂ ਵੀ ਜ਼ਿਆਦਾ ਸਪੀਡ ਮੰਨਦੀ ਹੈ। ਨਿਮਖ ਮਾਹੇ 4 ਕੁੰਟ ਫਿਰ ਆਵੇ, ਇਹ ਇੱਕ ਨਿਮਖ ਕਹਿੰਦੇ ਨੇ ਇੱਕ ਵਾਰੀ ਅੱਖ ਚਮਕਣਾ। ਇੱਕ ਵਾਰੀ ਅੱਖ ਚਮਕਣ ਜੇ ਜਿੰਨੇ ਸਮੇਂ ਵਿੱਚ ਇਹ 4 ਕੁੰਟਾਂ ਨੂੰ ਗਾ ਕੇ ਵਾਪਸ ਆ ਜਾਂਦਾ ਹੈ। ਕਬਹੂ ਜਿਹੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਕਦੇ ਪਤਾਲ ਵਿੱਚ ਗਿਰ ਜਾਂਦਾ, ਇੰਨਾ ਗਿਰੀਆਂ ਹੋਈਆਂ ਗੱਲਾਂ ਕਰਦਾ, ਕਦੇ ਏਡੇ ਗਿਆਨ ਧਿਆਨ ਦੀਆਂ ਗੱਲਾਂ ਕਰਦਾ, ਆਕਾਸ਼ਾਂ ਨੂੰ ਛੂਹ ਜਾਂਦਾ। ਲੋਭੀ ਜਿਹੜਾ ਥਿਰ ਨਾ ਰਹਿਤ ਹੈ, 4 ਕੁੰਡਾਂ ਭਾਲੇ, ਇਹ ਸਥਿਰਤਾ ਨਹੀਂ ਬਣਾ ਪਾਉਂਦਾ, ਆਪਣੀ ਭਟਕਦਾ ਹੀ ਹੈ। ਸਾਧੋ ਇਹ ਮਨ ਗਹਿਓ ਨਾ ਜਾਈ, ਇਹ ਭਲੇ ਪੁਰਖੋ ਮਨ ਨੂੰ ਇਵੇਂ ਪਕੜਿਆ ਨਹੀਂ ਜਾ ਸਕਦਾ। ਮਨ ਦੀ ਇਵੇਂ ਸਥਿਰਤਾ ਨਹੀਂ ਬਣਨੀ ਜਿਵੇਂ ਅਸੀਂ ਬਣਾ ਰਹੇ, ਇਵੇਂ ਨਹੀਂ ਬਣਨੀ। ਕਿਵੇਂ ਬਣਦੀ ਹੈ? ਇੱਕ ਵਾਰੀ ਫਿਰ ਕੋਸ਼ਿਸ਼ ਕਰਿਓ ਜੀ। ਹਜ਼ੂਰ ਨੇ ਕਿਰਪਾ, ਭਾਈ ਗੁਰਦਾਸ ਜੀ ਦਾ ਇੱਕ ਬਚਨ ਕਹਿਣ ਲੱਗਾ। ਭਾਈ ਸਾਹਿਬ ਆਖਦੇ, ਕਹਿੰਦੇ ਮੈਂ ਸੱਜਣਾ ਤੈਨੂੰ ਸਲਾਹ ਦੇਣੀ ਚਾਹੁੰਦਾ ਹੈ ਭਈ ਇਹ ਚੀਜ਼ਾਂ ਆਪਣੇ ਜੀਵਨ ਵਿੱਚ ਝਾਤ ਮਾਰ ਕੇ ਦੇਖ। ਉਹਨਾਂ ਦੀ ਇੱਕ ਖੂਬੀ ਹੈ ਵੀ ਉਹ ਇੱਕ ਗੱਲ ਨੂੰ ਸਮਝਾਉਣ ਵਾਸਤੇ ਕਈ ਉਦਾਹਰਨਾਂ ਦਿੰਦੇ ਨੇ। ਜਿਵੇਂ ਇਹ ਉਦਾਹਰਨਾਂ ਨੇ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉਡ ਨਾ ਸਕਦਾ ਹੈ। ਕਹਿੰਦੇ ਲੱਗਦਾ ਵੀ ਬੱਚਾ ਪਤੰਗ ਉਡਾਉਂਦਾ ਹੈ, ਡੋਰ ਪਤੰਗ ਉਡਾਉਂਦੀ ਕਹਿੰਦੇ ਨਹੀਂ, ਹਵਾ ਪਤੰਗ ਉਡਾਉਂਦੀ ਹੈ। ਹਵਾ ਦੇ ਕਾਰਨ ਉੱਡਦਾ ਹੈ। ਹਵਾ ਨਾ ਹੋਵੇ ਤੇ ਪਤੰਗ ਸਾਰੇ ਜਿੱਡਾ ਮਰਜ਼ੀ ਬੰਦਾ ਕਾਰੀਗਰ ਹੋਵੇ ਸਾਡੇ ਡਿੱਗ ਜਾਏਗਾ। ਕਹਿੰਦੇ ਭਟਕਣਾ ਦਾ ਕਾਰਨ ਹਵਾ ਹੈ। ਦੂਜੀ ਗੱਲ, ਡੋਰੀ ਕੀ ਮਰੋੜ ਜੈਸੇ ਲਟੂਆ ਫਿਰਤ ਰਹੇ, ਹਾਉ ਤਾਉ ਗਿਰੇ ਪਰ ਹਾਉ ਤਾਉ ਮਿਟੇ ਗਿਰ ਪਰੇ ਵੇ ਥਕਤ ਹੈ। ਪੁਰਾਣੇ ਸਮੇਂ 'ਚ ਇੱਕ ਲਾਟੂ ਦੀ ਗੇਮ ਹੁੰਦੀ ਸੀ, ਉਹਦੇ ਦੁਆਲੇ ਡੋਰੀ ਲਪੇਟ ਕੇ ਤੇ ਭਗਾ ਕੇ ਮਾਰਨੀ। ਉਹ ਡੋਰੀ ਦੀ ਮਰੋੜ ਦੇ ਨਾਲ ਉਹ ਭਟਕਦਾ ਫਿਰਦਾ ਹੈ। ਵੈਸੇ ਤਾਂ ਲਾਟੂ ਜਦੋਂ ਡੋਰੀ ਦੀ ਮਰੋੜ ਖਤਮ ਹੋ ਗਈ ਤੇ ਉਹ ਟੇਕੇ ਬਹਿ ਜਾਣਾ। ਅੱਜ ਉਹਦੀ ਥਾਂ ਤੇ ਬੱਚੇ ਦੇਖਦੇ ਆਪਾਂ ਅੱਗੇ ਫਿਰਕੀ ਜਿਹੀ ਲੱਗੀ ਹੁੰਦੀ ਹੈ ਤੇ ਉਹਨੂੰ ਪਿੱਛੋਂ ਪ੍ਰੈਸ਼ਰ ਦੇ ਕੇ ਬੱਚੇ ਉਵੇਂ ਖੇਡਦੇ ਨੇ। ਉਹ ਬਦਲਾ ਆ ਗਿਆ ਉਹਦਾ, ਪਰ ਗੱਲ ਤੇ ਉਹੀ ਹੈ। ਉਹਨਾਂ ਚਿਰ ਫਿਰਕੀ ਜੀ ਘੁੰਮਦੀ ਜਿੰਨਾ ਚਿਰ ਉਹਦੇ ਪਿੱਛੇ ਪ੍ਰੈਸ਼ਰ ਹੈ ਹਵਾ ਦਾ, ਬਸ। ਵੈਸੇ ਨਹੀਂ ਉਹ ਘੁੰਮਦੀ। ਗੁੱਡੀ ਵੀ ਨਹੀਂ ਉੱਡਦੀ ਹਵਾ ਨਾ ਹੋਵੇ, ਉਹ ਲਾਟੂ ਵੀ ਨਹੀਂ ਘੁੰਮਦਾ ਉਹਨੂੰ ਪ੍ਰੈਸ਼ਰ ਨਾ ਹੋਵੇ। ਤੀਜੀ ਗੱਲ, ਕੰਚਨ ਅਸ਼ੁੱਧ ਜਿਉ ਕੁਠਾਰੀ ਠਹਿਰਾਤ ਨਹੀਂ, ਸੁਨਿਆਰਾ ਸੋਨੇ ਨੂੰ ਵਿੱਚ ਪਾ ਕੇ ਇੱਕ ਛੋਟੀ ਜਿਹੀ ਕੌਲੀ ਦੇ ਤੇ ਸੇਕ ਦਿੰਦਾ ਤੇ ਉਹ ਸੋਨਾ ਵਿੱਚ ਭਜਿਆ ਫਿਰਦਾ ਹੈ। ਕੰਚਨ ਅਸ਼ੁੱਧ, ਅਸ਼ੁੱਧ ਦਾ ਮਤਲਬ ਜਿਹਦੇ ਵਿੱਚ ਮਿਲਾਵਟ ਹੈ। ਕੰਚਨ ਅਸ਼ੁੱਧ ਜੋ ਕੁਠਾਰੀ ਠਹਿਰਾਤ ਨਹੀਂ, ਸ਼ੁੱਧ ਭਏ ਜਦੋਂ ਸ਼ੁੱਧ ਹੋ ਗਿਆ, ਨਿਹਚਲ ਛਪ ਕੇ ਸ਼ਕਤ ਹੈ। ਕਹਿੰਦੀ ਉਹ ਚੰਗਾ ਨਿਖਰ ਹੀ ਨਹੀਂ ਗਿਆ। ਜਦੋਂ ਸ਼ੁਭ ਹੋ ਗਿਆ, ਖੋਟ ਖਤਮ ਹੋ ਗਿਆ, ਉਹ ਟੇਕੇ ਵੀ ਬਹਿ ਗਿਆ। ਹਵਾ ਖਤਮ ਹੋ ਗਈ, ਗੁੱਡੀ ਟੇਕੇ ਬਹਿ ਗਈ। ਡੋਰੀ ਦੀ ਮਰੋੜ ਖਤਮ ਹੋ ਗਈ, ਲਾਟੂ ਟੇਕੇ ਬਹਿ ਗਿਆ। ਇਸੇ ਤਰ੍ਹਾਂ ਸੋਨੇ ਵਿੱਚੋਂ, ਕੰਚਨ ਵਿੱਚੋਂ ਉਹ ਜਿਹੜਾ ਮਿਲਾਵਟ ਉਹ ਖਤਮ ਹੋ ਗਈ ਤੇ ਉਹ ਟੇਕੇ ਬਹਿ ਗਿਆ। 3 ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਆਖਦੇ, ਕਹਿੰਦੇ ਤੇਰੇ ਮਨ ਦਾ ਸੁਭਾਅ ਵੀ ਭਟਕਣਾ ਨਹੀਂ ਹੈ। ਭਟਕਦਾ ਕਿਉਂ ਹੈ? ਕਹਿੰਦੇ ਦੁਰਮਤ ਦੁਬਦਾ। ਇੱਕ ਤਾਂ ਤੇਰੇ ਕੋਲ ਭੈੜੀ ਮੱਤ ਹੈ, ਦੁਰਮਤ ਹੈ। ਦੂਜੀ ਡੁੱਬਦਾ ਹੈ।
ਦੁਰਮਤ ਦੁਬਦਾ ਭ੍ਰਮਤ ਹੈ ਚਤਰਕੁੰਟ, ਗੁਰਮਤ ਏਕ ਟੇਕ ਮੋਨ ਨਾ ਬਖਤ ਹੈ। ਗੁਰਮਤ ਦਾ ਸਹਾਰਾ ਲੈ ਕੇ ਦੇਖ, ਕਦੇ ਨਹੀਂ ਭਟਕੇਗਾ। ਇੱਥੇ ਜਿੰਨੇ ਬੈਠੇ ਨੇ ਨਾ, ਉਹ ਮਨ ਦੇ ਟਿਕਾਲ ਹੀ ਬੈਠੇ ਨੇ। ਵਾਹ। ਇੱਥੇ ਇੱਕ ਵੀ ਨਹੀਂ ਭਟਕਿਆ ਹੋਇਆ। ਕਬੀਰ ਸਾਹਿਬ ਨੂੰ ਕੋਈ ਭਟਕਣਾ ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਈ ਭਟਕਣਾ ਨਹੀਂ ਹੈ, ਗੁਰੂ ਨਾਨਕ ਸਾਹਿਬ ਨੂੰ ਕੋਈ ਭਟਕਣਾ ਨਹੀਂ ਹੈ। ਗੁਰਮਤਿ ਕਿਆ ਚੀਜ਼ ਹੈ, ਸਾਨੂੰ ਇਹੋ ਨਹੀਂ ਪਤਾ ਲੱਗਦਾ। ਇੱਕ ਤਾਂ ਅਸੀਂ ਗੁਰਬਾਣੀ ਦਾ ਪੱਧਰ ਬਹੁਤ ਨੀਵਾਂ ਕਰ ਲਿਆ। ਅਸੀਂ ਸੋਚਦੇ ਵੀ ਸਿਰਫ ਦੁਨਿਆਵੀ ਕਾਰਜਾਂ ਲਈ ਹੈ, ਆਨੰਦ ਕਾਰਜ ਹੋਵੇ, ਬੱਚੇ ਦਾ ਜਨਮ ਦਿਨ ਹੋਵੇ ਤੇ ਉਹਦੇ ਲਈ ਪ੍ਰੋਗਰਾਮ ਕਰ ਲੈਂਦੇ ਆਪਾਂ। ਕਦੇ ਕੋਈ ਬੰਦਾ ਇਸ ਲਈ ਗੁਰੂ ਕੋਲ ਨਹੀਂ ਆਉਂਦਾ ਭਈ ਮੈਨੂੰ ਦੱਸੋ ਮੈਂ ਮਨੁੱਖਾ ਜਾਮੇ ਦੀ ਬਾਜੀ ਨੂੰ ਕਿਵੇਂ ਜਿੱਤਾਂ, ਮੈਂ ਕਾਮ ਨੂੰ ਕਿਵੇਂ ਜਿੱਤਾਂ, ਕ੍ਰੋਧ ਨੂੰ ਕਿਵੇਂ ਜਿੱਤਾਂ। ਇਹ ਇਸ ਵਾਸਤੇ ਹੈ। ਗੁਰਬਾਣੀ ਸਾਨੂੰ ਮੁੜ ਰੱਬ ਦਾ ਰੂਪ ਬਣਾਉਣ ਵਾਸਤੇ ਹੈ। ਸਾਧੋ ਇਹ ਮਨ ਕਹਿਓ ਨਾ ਜਾਈ, ਇਵੇਂ ਇਹ ਮਨ ਨਹੀਂ ਪਕੜਿਆ ਜਾਣਾ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਇਹ ਚੰਚਲ ਤ੍ਰਿਸ਼ਨਾ ਦੇ ਨਾਲ ਬਸਦਾ ਹੈ। ਇਹਦੀ ਦੋਸਤੀ ਤ੍ਰਿਸ਼ਨਾ ਦੇ ਨਾਲ ਹੈ। ਤੇ ਤ੍ਰਿਸ਼ਨਾ ਜਿਹੜੀ ਉਹ ਕਦੇ ਟਿਕਦੀ ਨਹੀਂ ਹੈ, ਉਹ ਕਦੇ ਨਹੀਂ ਟਿਕਦੀ। ਤ੍ਰਿਸ਼ਨਾ ਵਿਰਲੇ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋੜੇ, ਮਨ ਨਾ ਕੋਰੇ ਪਰੇ ਪਰੇ ਹੀ ਕੋ ਲੂਚੀ ਹੈ। ਹੁਣ ਜਿਹੜੀ ਆਪ ਨਹੀਂ ਟਿਕਦੀ, ਉਹਦੇ ਨਾਲ ਤੁਸੀਂ ਦੋਸਤੀ ਪਾ ਲਓ, ਉਹ ਤੁਹਾਨੂੰ ਟਿਕਣ ਦੇ ਦੇਗੀ। ਸ਼ੇਖ ਸਾਦੀ ਦਾ ਇੱਕ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਤ੍ਰਿਸ਼ਨਾਲੂ ਮਨੁੱਖ ਦੀ ਅੱਖ ਨੂੰ, ਤ੍ਰਿਸ਼ਨਾਲੂ ਮਨੁੱਖ ਦੀ ਭੁੱਖ ਨੂੰ ਸਿਰਫ ਦੋ ਚੀਜ਼ਾਂ ਪੂਰੀਆਂ ਕਰ ਸਕਦਾ ਹੈ। ਇੱਕ ਤਾਂ ਸੰਤੋਖ, ਦੂਜਾ ਕਬਰ ਦੀ ਮਿੱਟੀ, ਤੀਜਾ ਕੋਈ ਸਾਧਨ ਨਹੀਂ। ਜੇ ਤ੍ਰਿਸ਼ਨਾ ਅੰਦਰ ਆ ਜਾਏ ਤਾਂ ਸਿਰਫ ਦੋ ਚੀਜ਼ਾਂ ਉਹਦੀ ਸ਼ਾਂਤੀ ਕਰ ਸਕਦੀਆਂ। ਇੱਕ ਸੰਤੋਖ ਆ ਜਾਏ। ਸੰਤੋਖ ਕਿਵੇਂ ਹੁੰਦਾ ਹੈ? ਸੰਤੋਖ ਹੁੰਦਾ ਹੈ ਗੁਰੂ ਦੇ ਬਚਨਾਂ ਵਿੱਚੋਂ, ਤ੍ਰਿਸ਼ਨਾ ਬੂਝੈ ਹਰ ਕੇ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਜਦੋਂ ਵੀ ਆਪਾਂ ਕਥਾ ਕੀਰਤਨ ਸੁਣਦੇ ਹਾਂ ਨਾ, ਇਹ ਮੈਂ ਵੀ ਮੰਨਦਾ ਬਈ ਹਰ ਵਕਤ ਮਨ ਨਹੀਂ ਟਿਕਦਾ, ਪਰ ਜਦੋਂ ਆਪਾਂ ਘਰੋਂ ਆਉਂਦੇ ਹਾਂ ਨਾ, ਤਾਂ ਉਦੋਂ ਇਹ ਗੱਲ ਸਮਝਾ ਕੇ ਆਇਆ ਕਰੀਏ ਮਨ ਨੂੰ ਵੀ ਅੱਜ ਤੋਂ 15 ਮਿੰਟ ਕੀਰਤਨ ਸੁਣਨਾ ਹੈ, ਬਾਕੀ ਜਿੰਨਾ ਮਰਜ਼ੀ ਭਟਕ ਲਈ। ਮੈਨੂੰ ਪਤਾ ਵੀ ਤੂੰ ਟਿਕਣਾ ਤਾਂ ਹੈ ਨਹੀਂ, ਤੇ ਪਰ 15 ਮਿੰਟ ਤਾਂ ਸੁਣ ਲਈ ਨਾ। ਤੁਸੀਂ ਰੋਜ਼ ਅਭਿਆਸ ਕਰੋਗੇ ਵੀ ਅੱਜ ਮੈਂ ਇੱਕ ਸ਼ਬਦ ਸੁਣਨਾ ਹੈ, ਤੇ ਬਹੁਤ ਡੁੱਬ ਕੇ ਸੁਣਨਾ ਹੈ। ਮੈਂ 15 ਮਿੰਟ ਕਥਾ ਸੁਣਨੀ ਬਸ। ਹੌਲੀ ਹੌਲੀ ਇਹਨੂੰ ਸਮਝਾਓਗੇ ਤੇ ਟਿਕੇਗਾ, ਗੁਰੂ ਸ਼ਬਦ ਨਾਲ ਜੁੜੇਗਾ ਤੇ ਯਕੀਨਨ ਟਿਕੇਗਾ। ਅਸੀਂ ਉਵੇਂ ਪ੍ਰਪੇਅਰ ਹੋ ਕੇ ਨਹੀਂ ਆਉਂਦੇ ਵੀ ਅੱਜ ਮੈਂ ਚੱਲਿਆ ਕਾਹਦੇ ਵਾਸਤੇ ਹਾਂ। ਮੈਂ 5 ਵਿਕਾਰ ਨੇ, ਉਹਨਾਂ ਦੀ ਲੜਾਈ ਦਾ ਸਮਾਨ ਲੈਣ ਚੱਲਿਆ ਗੁਰੂ ਕੋਲੋਂ। ਮੈਂ ਉਹਨਾਂ ਦੇ ਨਾਲ ਲੜਨ ਵਾਸਤੇ ਤਾਕਤ ਲੈਣ ਚੱਲਿਆ ਗੁਰੂ ਕੋਲੋਂ। ਇਹ ਮਨ ਅਸੀਂ ਤਕੜਾ ਬਣਾਈਏ ਤਾਂ ਖੈਰ ਆਪਾਂ ਗੱਲ ਕਰੀਏ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇਸ ਗੱਲ ਕਰਕੇ ਇਹਦਾ ਟਿਕਾ ਬਣਨਾ ਹੀ ਨਹੀਂ। ਅੰਦਰ ਤੇ ਤ੍ਰਿਸ਼ਨਾ ਹੈ, ਜਿੰਨਾ ਮਰਜ਼ੀ ਟਿਕਾ ਲੈ ਇਹਨੇ ਨਹੀਂ ਟਿਕਣਾ। ਜ਼ੋਰ ਲਾ ਲੈ, ਅੱਖਾਂ ਮੀਟ ਕੇ ਬੈਠ ਗਿਆ, ਜੰਗਲਾਂ 'ਚ ਚਲਾ ਗਿਆ, ਕਿੰਨਾ ਕੁਛ ਕਰ ਲਿਆ। ਸਾਹਿਬ ਕਹਿੰਦੇ ਭਲਿਆ ਦੇਸ਼ ਛੋੜ ਪਰਦੇਸ਼ਾਂ ਧਾਇਆ, ਪੰਜ ਚੰਡਾਲ ਨਾਲੇ ਲੈ। ਉਹ ਤਾਂ ਨਾਲ ਹੀ ਨੇ, ਜਿਹੜੇ ਭਟਕਣਾ ਦਾ ਕਾਰਨ ਉਹ ਤਾਂ ਨਾਲ ਹੀ ਨੇ। ਇਹਦੇ ਨਾਲੋਂ ਤਾਂ ਚੰਗਾ ਸੀ ਬਾਹਰ ਜਾਣ ਦੀ ਬਜਾਏ ਇਹਨਾਂ ਨੂੰ ਘਰੇ ਬੈਠ ਕੇ ਕੱਢ ਲੈਂਦਾ। ਅਗਲੀਆਂ ਗੱਲਾਂ ਨੇ ਜਿਹਨਾਂ ਕਰਕੇ ਮਨ ਭਟਕਦਾ। ਕਠਨ ਕ੍ਰੋਧ, ਕਠਨ ਕ੍ਰੋਧ, ਕ੍ਰੋਧ ਨਹੀਂ ਇਕੱਲਾ ਸ਼ਬਦ ਆਖਿਆ, ਕਠਨ ਦੋ ਸ਼ਬਦ ਨੇ। ਇੱਕ ਕ੍ਰੋਧ ਹੁੰਦਾ ਵੀ ਤੁਹਾਡਾ ਮੇਰਾ ਵਿਹਾਰ ਵਧੀਆ ਨਹੀਂ ਹੋਇਆ ਤੇ ਮੈਨੂੰ ਵੀ ਗੁੱਸਾ ਆ ਗਿਆ, ਤੁਹਾਨੂੰ ਵੀ ਆ ਗਿਆ, ਪਰ ਆਪਾਂ ਘਰ ਚਲੇ ਗਏ ਤੇ ਛੱਡ ਦਿੱਤਾ, ਤੁਸੀਂ ਭੁੱਲ ਗਏ, ਮੈਂ ਹੀ ਭੁੱਲ ਗਿਆ। ਇੱਕ ਕਠਨ ਕ੍ਰੋਧ ਉਹ ਹੁੰਦਾ ਵੀ ਮੈਨੂੰ ਜਦੋਂ ਵੀ ਤੁਸੀਂ ਸਾਹਮਣੇ ਆਓ ਨਾ ਤਾਂ ਹਰ ਵਕਤ ਚੇਤੇ ਆ ਜਾਵੇ ਇਹਨੇ ਮੈਨੂੰ ਉਹੀ ਗੱਲ ਕਹੀ ਸੀ। ਅਸੀਂ ਸਾਲਾਂ ਬੱਧੀ ਨਹੀਂ ਛੱਡਦੇ, ਸਾਲਾਂ ਬੱਧੀ। ਇਹ ਕਠਨ ਕ੍ਰੋਧ ਤਾਂ ਤੇਰੇ ਅੰਦਰ ਵਸਦਾ ਮਨਾ। ਕਠਨ ਕ੍ਰੋਧ ਘਟ ਹੀ ਕੇ ਭੀਤਰ, ਤੇਰੇ ਹਿਰਦੇ 'ਚ ਤਾਂ ਵਸਿਆ ਹੋਇਆ ਕ੍ਰੋਧ ਹੈ, ਮਨ ਨੂੰ ਤੂੰ ਟਿਕਾਉਣਾ ਚਾਹੁੰਦਾ। ਰਜਨੀਸ਼ ਨੇ ਇੱਕ ਗੱਲ ਲਿਖੀ ਸੀ ਬੜੀ ਪਿਆਰੀ।
ਉਹ ਕਹਿੰਦੇ ਵੀ ਦੇਖੋ ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ। ਕਹਿੰਦੇ ਇੱਕ ਬੰਦਾ ਸੈਰ ਕਰਦਾ ਤੇ ਉਹਨੇ ਅਚਾਨਕ ਸੈਰ ਕਰਦੇ ਨੇ ਕਿਸੇ ਦੇ ਹੱਥ ਵਿੱਚ ਇੱਕ ਕੁੱਤਾ ਦੇਖਿਆ ਵੀ ਉਹ ਕੁੱਤੇ ਨੂੰ ਲਈ ਜਾ ਰਿਹਾ ਸੈਰ ਕਰਵਾਉਣ। ਕਹਿੰਦੇ ਉਹਨੂੰ ਕੁੱਤਾ ਦੇਖਿਆ, ਉਹਨੂੰ ਕੁੱਤਾ ਯਾਦ ਆ ਗਿਆ ਵੀ ਮੇਰੇ ਪਿੰਡ 'ਚ ਹੁੰਦਾ ਸੀ ਅਜੇ ਕੁੱਤਾ, ਤੇ ਜਿਹੜੇ ਗੁਆਂਢੀਆਂ ਦਾ ਕੁੱਤਾ ਸੀ ਉਹਦੇ ਨਾਲ ਨਹੀਂ ਸੀ ਮੇਰੀ ਬਣਦੀ। ਤੇ ਕਿਤੇ ਵਕਤ ਮਿਲਿਆ, ਉਹਦਾ ਵਕਤ ਮਿਲਿਆ, ਮੈਂ ਉਹਦੇ ਪੁੱਤਾਂ ਨੂੰ ਕਿਤੇ ਸਬਕ ਸਿਖਾਉਣਾ। ਉਹਦੇ ਪੁੱਤ ਦਾ ਫਲਾਣਾ ਦੋਸਤ ਸੀ, ਉਹਦੇ ਕਰਕੇ ਉਹ ਭਟਕਦਾ, ਮੈਂ ਉਹਨੂੰ ਵੀ ਸਬਕ ਸਿਖਾਉਣਾ। ਤੇ ਕਹਿੰਦੇ ਗੱਲ ਕੁੱਤੇ ਦੀ ਸੈਰ ਦੀ, ਤੇ ਕਿੱਥੇ ਜਾ ਕੇ ਕਿਹੜੇ ਪਿੰਡ ਦੇ ਹਜ਼ਾਰਾਂ ਮੀਲ ਬੈਠਾ ਦੂਰ ਉਹਨਾਂ ਨਾਲ ਲੜ ਰਿਹਾ। ਇਹ ਕਠਨ ਕ੍ਰੋਧ ਹੈ, ਛੱਡਦਾ ਹੀ ਨਹੀਂ ਗੱਲ ਨੂੰ, ਭੁੱਲਦਾ ਹੀ ਨਹੀਂ ਗੱਲ ਨੂੰ। ਕ੍ਰੋਧ ਆਪਣੇ ਜੀ 'ਚ ਟਿਕਾ ਕੇ ਬੈਠਾ। ਪਰ ਚੇਤਾ ਰੱਖਿਓ, ਘਰ ਅੱਗ ਜਿੱਥੇ ਵੀ ਲੱਗੀ ਹੋਵੇ ਨਾ, ਛੱਡਦੀ ਉਸੇ ਨੂੰ ਹੈ। ਜਿੱਥੇ ਵੀ ਅੱਗ ਲੱਗੀ ਹੋਵੇ ਛੱਡਦੀ ਉਹਨੂੰ। ਜਿਹੜੀ ਲੱਕੜ ਨੂੰ ਅੱਗ ਲੱਗੀ ਉਸੇ ਨੂੰ ਸਾੜਨਾ ਹੈ ਨਾ। ਜੇ ਮਨਾ ਤੇਰੀ ਅੰਦਰ ਅੱਗ ਲੱਗੀ, ਛੱਡ ਤੇ ਤੂੰ ਰਿਹਾ ਹੈ। ਉਹ ਤੇ ਹਜ਼ਾਰਾਂ ਮੀਲ ਦੂਰ ਬੈਠੇ, ਉਹਨੂੰ ਤਾਂ ਪਤਾ ਵੀ ਨਹੀਂ ਹੋਣਾ। ਇਹ ਹੈ ਕਠਨ ਕ੍ਰੋਧ। ਇਹ ਸਾਨੂੰ ਟਿਕਣ ਨਹੀਂ ਦਿੰਦਾ। ਕਠਨ ਕ੍ਰੋਧ ਘਟ ਹੀ ਕੇ ਭੀਤਰ। ਇੱਕ ਬੇਨਤੀ ਕਰਾਂ, ਜੇ ਤੁਸੀਂ ਦੂਜਿਆਂ ਕੋਲੋਂ, ਮੈਂ ਵੀ, ਜੇ ਆਪਾਂ ਦੂਜਿਆਂ ਕੋਲੋਂ ਕੋਈ ਆਸ ਰੱਖਦੇ ਹਾਂ ਨਾ, ਤਾਂ ਪਹਿਲਾਂ ਆਪਣੇ ਕੋਲ ਵੀ ਪੈਦਾ ਹੋਵੇ। ਤੂੰ ਤਾਂ ਕਿਸੇ ਨੂੰ ਮਾਫ ਕਰਨਾ ਸਿੱਖ, ਫੇਰ ਹੀ ਰੱਬ ਕੋਲੋਂ ਮਾਫੀ ਮੰਗੀ। ਤੂੰ ਤਾਂ ਕਿਸੇ ਦੀ ਨਿੱਕੀ ਜਿਹੀ ਗੱਲ ਵੀ ਨਹੀਂ ਮਨਾ ਬਰਦਾਸ਼ਤ ਕਰ ਸਕਦਾ, ਤੇ ਤੂੰ ਇਹ ਕਿਹੜਾ ਮੂੰਹ ਲੈ ਕੇ ਰੱਬ ਦੇ ਕੋਲੋਂ ਮਾਫੀ ਮੰਗਣਾ? ਮੇਰੇ ਔਗਣਾਂ ਦੀ ਮੈਨੂੰ ਮਾਫੀ ਦਿਓ। ਮਾਫ ਕਰਨਾ ਤਾਂ ਸਿੱਖ ਕਿਸੇ ਨੂੰ। ਆਹ ਹੈ ਗੁਰਮਤ, ਆਹ ਹੈ ਭਗਤੀ, ਆਹ ਹੈ ਸਿਮਰਨ ਸਾਡਾ। ਇਵੇਂ ਆਪਣੇ ਜੀਵਨ ਦੀ ਘਾੜਤ ਕਰਨੀ ਹੈ, ਬਣਾਉਣਾ ਹੈ ਉਹਨੂੰ ਰੋਜ਼। ਕਠਨ ਕ੍ਰੋਧ ਘਟ ਹੀ ਕੇ ਭੀਤਰ, ਜਿਹੇ ਸ਼ੁੱਧ ਸਭ ਬਿਸਰਾਈ। ਜਿਹੇ ਸ਼ੁੱਧ ਸਭ ਬਿਸਰਾਈ, ਜਿਹਨੇ ਸਾਰੀ ਅਕਲ ਤੇਰੀ ਖੋਹ ਲਈ। ਇਹ ਗੱਲ ਚੇਤਾ ਰੱਖਿਓ, ਸਿਆਣੇ ਲੋਕਾਂ ਦੇ, ਵਿਦਵਾਨਾਂ ਦੇ ਵਚਨ ਨੇ ਵੀ ਵਿਕਾਰ ਜਦੋਂ ਵੀ ਆਉਂਦੇ ਨੇ ਨਾ, ਉਹ ਅਕਲ ਨੂੰ ਤਾਲਾ ਲਾ ਕੇ ਆਉਂਦੇ ਨੇ। ਜੇ ਅਕਲ ਹੋਵੇ ਤਾਂ ਫਿਰ ਵਿਕਾਰ ਨਹੀਂ ਪੈਦਾ ਹੋ ਸਕਦਾ। ਹੁਣ ਜਿਹਨੂੰ ਕ੍ਰੋਧ ਆਇਆ ਹੋਵੇ, ਉਹਨੂੰ ਦੇਖੋ 10 ਬੰਦੇ ਸਮਝਾਉਣੇ, ਪਰ ਉਹ ਸੁਣਦਾ ਹੀ ਨਹੀਂ ਕਿਸੇ ਦੀ, ਕਿਉਂਕਿ ਇਸ ਵੇਲੇ ਅਕਲ ਨੂੰ ਤਾਲਾ ਹੈ। ਆਪਾਂ ਵੀ ਕਹਿੰਦੇ ਵੀ ਕੋਈ ਗੱਲ ਨਹੀਂ, ਅਜੇ ਗਰਮ ਹੈ, ਬਾਅਦ 'ਚ ਗੱਲ ਕਰਾਂਗੇ। ਉਹਦਾ ਮਤਲਬ ਹੀ ਇਹ ਹੁੰਦਾ ਵੀ ਹਜੇ ਇਹਨੇ ਗੱਲ ਸੁਣਨੀ ਨਹੀਂ, ਕਿਉਂਕਿ ਅਕਲ ਨੂੰ ਤਾਂ ਤਾਲਾ ਲੱਗਿਆ। ਸਾਹਿਬ ਕਹਿੰਦੇ ਕਠਨ ਕ੍ਰੋਧ ਘਟ ਹੀ ਕੇ ਵੀ ਭੀਤਰ, ਜੇ ਸੁਧ ਸਭ ਬਿਸਰਾਈ। ਰਤਨ ਗਿਆਨ, ਆਹ ਕੈਸਾ ਪਿਆਰਾ ਸ਼ਬਦ ਹੈ, ਰਤਨ ਗਿਆਨ। ਗਿਆਨ ਰੂਪ ਰਤਨ, ਸਭ ਕੋ ਹਿਰ ਲੀਨਾ। ਇਹਨੇ ਸਾਰਿਆਂ ਦਾ, ਹਿਰ ਦਾ ਅਰਥ ਹੁੰਦਾ ਚੁਰਾ ਲੈਣਾ। ਚੁਰਾਉਣ ਦਾ ਅਰਥ ਕੀ ਹੁੰਦਾ? ਮੇਰੇ ਕੋਲੋਂ ਚੀਜ਼ ਗਈ ਪਰ ਮੈਨੂੰ ਪਤਾ ਨਹੀਂ ਲੱਗਾ, ਉਹਨੂੰ ਚੋਰੀ ਕਹਿੰਦੇ ਨੇ। ਜੇ ਪਕੜਿਆ ਗਿਆ, ਫਸ ਗਿਆ, ਫਿਰ ਕੋਈ ਚੋਰੀ ਨਹੀਂ ਹੈ। ਚੋਰੀ ਕਹਿੰਦੇ ਹੀ ਉਹਨੂੰ ਨੇ, ਮੇਰੇ ਕੋਲੋਂ ਕਿਸੇ ਚੀਜ਼ ਦਾ ਗੁਆਚ ਜਾਣਾ ਪਰ ਲੈਣ ਵਾਲਾ ਮੈਨੂੰ ਪਤਾ ਨਾ ਲੱਗਣ ਦੇਵੇ। ਬੇਕਾਰ ਮੇਰੇ ਅੰਦਰੋਂ ਗਿਆਨ ਕਿਵੇਂ ਚੁਰਾ ਲੈਂਦੇ ਨੇ, ਮੈਨੂੰ ਪਤਾ ਹੀ ਨਹੀਂ ਲੱਗਦਾ। ਚੋਰ ਨੇ ਇਸ ਦੇਹੀ ਅੰਦਰ, ਪੰਜ ਚੋਰ ਵਸੈ। ਗਿਆਨ ਰਤਨ ਗਿਆਨ ਸਭ ਕੋ ਹਿਰ ਲੀਨਾ, ਤਾਂ ਸਿਓ ਕਛ ਨਾ ਵਸਾਈ। ਹੁਣ ਚੋਰੀ ਹੋ ਗਿਆ ਤੇ ਮੈਂ ਕੀ ਕਰ ਸਕਦਾ? ਮੇਰਾ ਕੋਈ ਵਾਸ ਹੀ ਨਹੀਂ ਚੱਲਣਾ, ਮੈਨੂੰ ਪਕੜ ਹੀ ਨਹੀਂ ਸਕਦਾ, ਮੈਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ। ਗਿਆਨ ਰੋਜ਼ ਲੁੱਟੀ ਜਾ ਰਿਹਾ ਹੈ, ਅਗਿਆਨਤਾ ਮੈਂ ਆਪਣੇ ਜੀਵਨ ਵਿੱਚ ਧਾਰਨ ਕਰੀ ਜਾ ਰਿਹਾ। ਜੋਗੀ ਯਤਨ ਕਰਤ ਸਭ ਹਾਰੇ। ਬੜੇ ਲੋਕਾਂ ਨੇ ਇਹ ਯਤਨ ਕਰਕੇ ਥੱਕ ਗਏ ਨੇ। ਛੋਟਾ ਜਿਹਾ ਇੱਕ ਖਿਆਲ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ, ਉਹਨੂੰ ਬੜੀ ਤਵੱਜੋ ਦੇ ਕੇ ਸੁਣਿਓ ਜੇ ਮੈਂ ਹੱਥ ਜੋੜ ਬੇਨਤੀ ਕਰਾਂ। ਸਦੀਆਂ ਬੀਤ ਗਈਆਂ, ਧਰਮ ਦੀ ਦੁਨੀਆ ਵਿੱਚ ਜਿਤਨਾ ਕਹਿਰ ਵਰਤਿਆ ਉਹ ਸਿਰਫ ਮਨ ਤੇ ਵਰਤਿਆ। ਜਿਹੜੀ ਗੱਲ ਮਨ ਨੇ ਕਹੀ, ਧਰਮ ਦੀ ਦੁਨੀਆ ਨੇ ਉਹਦੇ ਤੇ ਕਹਿਰ ਕੀਤਾ। ਮਨ ਨੇ ਕਿਹਾ ਭਈ ਮੈਨੂੰ ਕੁਝ ਖਾਣ ਨੂੰ ਚਾਹੀਦਾ, ਮੈਂ ਸਵਾਦਿਸ਼ਟ ਖਾਣਾ ਚਾਹੁੰਦਾ। ਇਹ ਕਹਿੰਦਾ ਤੈਨੂੰ ਦਰਖਤਾਂ ਦੀਆਂ ਜੜ੍ਹਾਂ ਖਵਾਵਾਂਗਾ। ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਮਹਾਤਮਾ ਬੁੱਧ, ਉਹਦੀ ਜਿਹੜੀ ਰੀੜ੍ਹ ਦੀ ਹੱਡੀ ਹੈ, ਲੋਕਾਂ ਦੀ ਤਾਂ ਪਿੱਠ ਪਿੱਛੋਂ ਦਿਸਦੀ ਹੈ, ਉਹਦੀ ਢਿੱਡ ਵਿੱਚੋਂ, ਪੇਟ ਵਿੱਚੋਂ ਰੀੜ੍ਹ ਦੀ ਹੱਡੀ ਦਿਸਦੀ ਸੀ। ਇਤਨਾ ਕਮਜ਼ੋਰ ਹੋ ਗਿਆ ਸੀ।
ਉੱਠ ਕੇ ਪਾਣੀ ਪੀਣ ਗਿਆ ਤੇ ਉੱਥੇ ਤੱਕ ਪਹੁੰਚ ਨਾ ਸਕਿਆ, ਡਿੱਗ ਪਿਆ। ਤੇ ਉਹਨੂੰ ਸੁਜਾਤਾ ਨਾਂ ਦੀ ਬੀਬੀ ਨੇ ਖੀਰ ਦੀ ਕੌਲੀ ਦਿੱਤੀ ਸੀ। ਉਹ ਖੀਰ ਦੀ ਕੌਲੀ ਖਾ ਕੇ ਉਹਨੂੰ ਗਿਆਨ ਹੋਇਆ ਸੀ। ਉਹਨੇ ਦੱਸਿਆ ਸੀ ਵੀ ਅੰਨ ਦਾ ਤਿਆਗ ਨਾ ਕਰਿਓ। ਹੁਣ ਮਨ ਕਹਿੰਦਾ ਵੀ ਮੈਂ ਸਵਾਦਿਸ਼ਟ ਖਾਣਾ ਹੈ, ਇਹ ਕਹਿੰਦੇ ਤੂੰ ਦਰਖਤਾਂ ਦੀਆਂ ਜੜ੍ਹਾਂ ਖਾ। ਮਨ ਕਹਿੰਦਾ ਮੈਂ ਵਧੀਆ ਪਹਿਨਣਾ ਚਾਹੁੰਦਾ, ਸਾਫ ਸੁਥਰੇ ਕੱਪੜੇ, ਇਹ ਕਹਿੰਦਾ ਤੈਨੂੰ ਸੁਆਹ 'ਚ ਮਲਾਂਗਾ। ਮਨ ਕਹਿੰਦਾ ਮੈਂ ਆਪਣੇ ਪਰਿਵਾਰ 'ਚ ਬੈਠ ਕੇ ਹੱਸਣਾ ਚਾਹੁੰਦਾ, ਇਹ ਕਹਿੰਦਾ ਜੰਗਲਾਂ 'ਚ ਚੱਲ, ਸਾਰਿਆਂ ਨੂੰ ਛੱਡ, ਰਿਸ਼ਤੇ ਕੂੜੇ ਨੇ। ਇਹ ਕਹਿੰਦਾ ਮੈਂ ਘਰ ਬਣਾਉਣਾ, ਕਹਿੰਦਾ ਝੁੱਗੀ ਬਣਾ, ਜਾਣ ਲੱਗੇ ਉਹਨੂੰ ਵੀ ਅੱਗ ਲਾ ਦੀ। ਜਿੰਨਾ ਤਸ਼ੱਦਦ ਹੋਇਆ ਮਨ ਤੇ ਹੋਇਆ। ਬੜੇ ਲੰਮੇ ਸਮੇਂ ਤੋਂ ਬਾਅਦ ਫਿਰ ਗੁਰੂ ਅਮਰਦਾਸ ਜੀ ਨੇ ਆਵਾਜ਼ ਮਾਰੀ। ਗੁਰੂ ਅਮਰਦਾਸ ਜੀ ਨੇ ਆਖਿਆ, ਇਹ ਮਨ ਪਿਆਰਿਆ, ਤੂੰ ਸਦਾ ਸੱਚ ਸਮਾਟੇ, ਤੂੰ ਸੱਚ ਨੂੰ ਇਕੱਠਾ ਕਰ, ਬਾਕੀ ਛੱਡ। ਤੂੰ ਖਾਣਾ ਚਾਹੁੰਦਾ, ਮੈਂ ਤੈਨੂੰ ਏਡਾ ਸਵਾਦਿਸ਼ਟ ਲੰਗਰ ਦੇਵਾਂਗਾ। ਤੂੰ ਪਹਿਨਣਾ ਚਾਹੁੰਦਾ, ਮੈਂ ਤੈਨੂੰ ਬਹੁਤ ਵਧੀਆ ਪਹਿਨਣ ਨੂੰ ਦੇਵਾਂਗਾ। ਤੂੰ ਰਹਿਣਾ ਚਾਹੁੰਦਾ, ਮੈਂ ਤੈਨੂੰ ਆਨੰਦਪੁਰ ਰੱਖਾਂਗਾ। ਕਿਆ ਬਾਤ ਹੈ। ਵਾਹ। ਤੂੰ ਰਹਿ ਤਾਂ ਸਹੀ ਮੇਰੇ ਨਾਲ, ਮੈਂ ਤੇਰੇ ਤੇ ਤਸ਼ੱਦਦ ਨਹੀਂ ਕਰਾਂਗਾ, ਮੈਂ ਤੈਨੂੰ ਦੋਸਤ ਬਣਾਵਾਂਗਾ। ਜੋਗੀ ਜਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਬੜੇ ਲੋਕਾਂ ਨੇ ਕੋਸ਼ਿਸ਼ ਕੀਤੀ, ਜਨ ਨਾਨਕ ਹਰ ਭੈ ਦੇ ਅੱਲਾ, ਤੋ ਸਭ ਬਿਦ ਬਨ ਆਈ। ਸਤਿਗੁਰੂ ਕਿਵੇਂ ਟਿਕਦਾ? ਕਹਿੰਦੇ ਮਾਲਕ ਦੀ ਉਹ ਤਾਕਤ ਲੈ ਲੈ, ਫਿਰ ਮਨ ਟਿਕ ਜਾਂਦਾ। ਜਿਉਂ ਮੰਦਰ ਕੋ ਥੰਮੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਭੁੱਲਾ ਚੁੱਕਾਂ ਦੀ ਖਿਮਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।